हाँ जी, गुड मॉर्निंग एवरीवन। आज अपनी ग्रामर क्लास का 9th डे है। आप इस तो पहला 4 टॉपिक कवर कर चुके हैं। आज अपना 5वां टॉपिक जो कि कंजक्शन है ਇਹਨੂੰ ਆਪਾਂ ਸਟਾਰਟ ਕਰਨ ਲੱਗੇ ਆ। ਕੰਜੰਕਸ਼ਨ ਦੇ ਵਿੱਚ ਆਪਣੇ ਕੋਲੇ ਤਿੰਨ ਟਾਈਪਸ ਆਉਣਗੀਆਂ। ਆਪਾਂ ਤਿੰਨੋਂ ਟਾਈਪਸ ਨੂੰ ਡੇ ਬਾਈ ਡੇ ਕਵਰ ਕਰਾਂਗੇ ਤੇ ਇੱਕ ਚੌਥਾ ਡੇ ਐਕਸਟਰਾ ਵੀ ਲਗਾਵਾਂਗੇ ਬਾਕੀ ਸਾਰਿਆਂ ਦੀ ਕਲੈਰਿਟੀ ਲਈ ਤੇ ਜਿਹੜੇ ਕਲੌਜ਼ਸ ਹੁੰਦੇ ਆ ਕੰਜੰਕਸ਼ਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਵਰ ਕਰਨ ਦੇ ਲਈ। ਓਕੇ, ਤਾਂ ਆਪਾਂ ਆਪਣੀ ਕਲਾਸ ਸ਼ੁਰੂ ਕਰਦੇ ਆ। ਸੋ ਆਪਣੇ ਕੋਲ ਕੰਜੰਕਸ਼ਨ ਦੀਆਂ ਜਿਹੜੀਆਂ ਪਹਿਲਾਂ ਤਿੰਨ ਟਾਈਪਸ ਹਨ ਮੈਂ ਉਹਨਾਂ ਬਾਰੇ ਦੱਸਦਾ ਤੁਹਾਨੂੰ। ਜਿਹੜੀ ਪਹਿਲੀ ਟਾਈਪ ਹੁੰਦੀ ਹੈ ਉਹਦੀ कोऑर्डिनेटिव कंजंक्शन, दूसरे नंबर पे आगे कोरिलेटिव, नंबर 3 पे आगे सबऑर्डिनेटिव। ਤਿੰਨੇ ਤਰ੍ਹਾਂ ਦੇ ਕੰਜੰਕਸ਼ਨ ਆਪਾਂ ਬਾय ਐਂਡ ਬਾय ਕਵਰ ਕਰਾਂਗੇ। ਅੱਜ ਸਭ ਤੋਂ ਪਹਿਲਾਂ ਕੰਜੰਕਸ਼ਨ ਦੇ ਬੇਸਿਕਸ ਕਰ ਲਾਂਗੇ ਆਪਾਂ, ਜਿਹਦੇ ਨਾਲ ਕਿ ਤੁਹਾਡਾ ਕੰਜੰਕਸ਼ਨ ਦੇ ਵਿੱਚ ਇੱਕ ਵਾਰੀ रूट बन जाएगा कि ਤੁਸੀਂ ਇਹਨੂੰ ਸਮੂਥਲੀ ਕਰਨ ਲੱਗ ਜਾਓਗੇ। ਫਿਰ ਆਪਾਂ ਇਹਨਾਂ ਦੇ ਵੱਖੋ ਵੱਖਰੇ ਟਾਈਪਸ ਨੂੰ ਐਨਕਾਊਂਟਰ ਕਰਾਂਗੇ। ਠੀਕ ਹੈ, ਸੋ ਆਪਣੀ ਪਹਿਲੀ ਟਾਈਪ ਕੋਆਰਡੀਨੇਟ ਕੰਜੰਕਸ਼ਨ ਦੇ ਵਿੱਚ ਆਹ ਵਾਲੇ ਕੰਜੰਕਸ਼ਨ ਆਪਣੇ ਪਹਿਲਾਂ ਆਉਂਦੇ ਆ। ਇਹਨੂੰ ਯਾਦ ਰੱਖਣਾ ਬੜਾ ਸੌਖਾ ਹੈਗਾ। ਇਹਦੇ ਵਿੱਚ ਆਪਾਂ ਯੂਜ਼ ਕਰਾਂਗੇ ਵਰਡ ਫੈਨ ਬॉयਜ਼। ਕੀ ਵਰਡ ਯੂਜ਼ ਕੀਤਾ ਗਿਆ? ਫੈਨ ਬॉयਜ਼। ਫੈਨ ਬॉयਜ਼। ਸੋ ਇਹਦੇ ਨਾਲ ਕੀ ਹੋਊਗਾ ਕਿ ਆਪਣੇ 7 ਕੰਜੰਕਸ਼ਨ ਆਪਾਂ ਨੂੰ ਇਨ ਸੀਰੀਜ਼ ਯਾਦ ਹੋ ਜਾਣਗੇ। ਕਈ ਵਾਰੀ ਆਪਾਂ ਨੂੰ ਕੰਜੰਕਸ਼ਨ ਹੀ ਨਹੀਂ ਯਾਦ ਆਉਂਦਾ ਵੀ ਇੱਥੇ ਕੀ ਲਗਾਉਣਾ ਹੈ। ਸੋ ਫੈਨ ਦੇ ਵਿੱਚ ਆਪਾਂ ਹਰੇਕ ਨੂੰ ਕਸਟਮਾਈਜ਼ ਕਰਦੇ ਆ। F for A for and, N for nor, B for but, O for or, Y for yet, S for so। ਸੋ ਇਹ ਕੰਜੰਕਸ਼ਨਸ ਜਿਹੜੇ ਆਪਾਂ ਇਹਨਾਂ ਦੀ ਇੱਕ ਇੱਕ ਦੋ ਦੋ ਐਗਜ਼ਾਮਪਲ ਕਰਾਂਗੇ, ਆਪਾਂ ਨੂੰ ਇਹਨਾਂ ਦੀ ਕਲੈਰਿਟੀ ਮਿਲੇਗੀ। ਸਭ ਤੋਂ ਪਹਿਲਾਂ ਆਪਣੇ ਕੋਲ ਕੰਜੰਕਸ਼ਨ ਆਉਂਦਾ for। for ਵਾਲੇ ਕੰਜੰਕਸ਼ਨ ਦਾ ਮੀਨਿੰਗ ਹੁੰਦਾ ਬਿਕੋਜ਼। for ਦਾ ਮੀਨਿੰਗ ਕੀ ਹੈ? ਬਿਕੋਜ਼। ਐਜ਼ ਅ ਕੰਜੰਕਸ਼ਨ ਇਹਦਾ ਮੀਨਿੰਗ ਕੀ ਹੈ? ਬਿਕੋਜ਼। ਪਰ ਇਹਦਾ for ਇੱਕ ਪ੍ਰੈਪੋਜੀਸ਼ਨ ਵੀ ਹੈ, ਇਹਨੂੰ ਪ੍ਰੈਪੋਜੀਸ਼ਨ ਦੇ ਤੌਰ ਤੇ ਵੀ ਆਪਾਂ ਯੂਜ਼ ਕਰ ਲੈਂਦੇ ਆ, ਪਰ ਇਹਨੂੰ ਆਪਾਂ ਹੁਣ ਕੰਜੰਕਸ਼ਨ ਦੇ ਤੌਰ ਤੇ ਯੂਜ਼ ਕਰਾਂਗੇ। ਹਾਂਜੀ, ਐਗਜ਼ਾਮਪਲ ਜਿੱਥੇ ਤੁਸੀਂ ਬਿਕੋਜ਼ ਯੂਜ਼ ਕਰਦੇ ਹੋ ਉੱਥੇ ਤੁਸੀਂ ਹੁਣ for ਯੂਜ਼ ਕਰੋਗੇ ਤਾਂ ਥੋੜਾ ਜਿਹਾ ਬੈਟਰ ਇੰਪ੍ਰੈਸ਼ਨ ਪੈਂਦਾ ਕਿਉਂਕਿ ਘੱਟ ਯੂਜ਼ ਹੁੰਦਾ। ਠੀਕ ਹੈ, ਅਨਕਾਮਨ ਹੈ। ਜਿਵੇਂ ਆਪਾਂ ਐਗਜ਼ਾਮਪਲ ਇਹਦੇ ਕਿਵੇਂ ਦੇਵਾਂਗੇ, ਸੈਂਟੈਂਸ ਕੀ ਬਣੇਗਾ? ਇਹਦਾ ਸੈਂਟੈਂਸ ਬਣੇਗਾ ਰਿਜ਼ਲਟ ਪਲੱਸ ਰੀਜ਼ਨ। ਆ ਚੀਜ਼ ਰਿਜ਼ਲਟ, ਆ ਚੀਜ਼ ਰੀਜ਼ਨ। ठीक है, कोई एक एक्टिविटी होगी बाद च ਆਪਾਂ for लगा के ਇਹਦਾ रीजन ਦੱਸਾਂਗੇ। एग्जांपल ਜਿਵੇਂ ਕਿ she went to market, she went to market ਇਹ ਆਪਣਾ ਰਿਜ਼ਲਟ ਹੈ। ਹੁਣ ਆਪਾਂ ਰੀਜ਼ਨ ਦੇਵਾਂਗੇ ਕਿ ਮਾਰਕੀਟ ਕਿਉਂ ਗਈ। ਠੀਕ ਹੈ, for she wants to buy some vegetables, buy some vegetables। ओके, ये तो की बन गया for। ਇਹਦਾ मीनिंग ਕੀ ਆ ਰਿਹਾ? ਕਿਉਂਕਿ। ਇਹਦੀ ਇੱਕ ਐਗਜ਼ਾਮਪਲ ਹੋਰ ਦੇਖ ਲਓ, ਜਿਵੇਂ ਕਿ I am learning English for I want to settle abroad। These are the two examples which indicate the meaning of for। For means because। जब इथे because लगाने बस ਉੱਥੇ ਆਪਾਂ for ਲਗਾ ਲੈਣਾ। क्लियर है? ਆ ਦੋਨੋਂ ਸੈਂਟੈਂਸ ਜਿਹੜੇ ਹੈਗੇ ਬਹੁਤ ਸਿੰਪਲ ਹੈ। ਆਹ ਸੌਰੀ ਇੱਥੇ ਮਿਸਟੇਕ ਹੋ ਗਈ। ਉਹ ਬਾਜ਼ਾਰ ਗਈ ਕਿਉਂਕਿ ਉਹ ਵੈਜੀਟੇਬਲਸ ਖਰੀਦਣਾ ਚਾਹੁੰਦੀ ਸੀ। ਮੈਂ ਇੰਗਲਿਸ਼ ਸਿੱਖ ਰਿਹਾ ਕਿਉਂਕਿ ਮੈਂ ਫੋਰਨ ਕੰਟਰੀ ਵਿੱਚ ਜਾਂ ਅਬਰੋਡ ਸੈਟਲ ਹੋਣਾ ਚਾਹੁੰਦਾ। ਠੀਕ ਹੈ, ਆ ਕਿਹੜਾ ਟੈਂਸ ਹੈ? ਆਈ ਐਮ ਲਰਨਿੰਗ ਇੰਗਲਿਸ਼ ਪ੍ਰੈਜ਼ੈਂਟ ਕੰਟੀਨਿਊਸ। ਤੇ she went to market ਕਿਹੜਾ? ਪਾਸਟ ਡੈਫਿਨਿਟ। ਐਵੇਂ ਜਦੋਂ ਕੋਈ ਟੀਚਰ ਐਗਜ਼ਾਮਪਲ ਕਰਾਉਂਦਾ ਜਾਂ ਬੁੱਕ 'ਚ ਤੁਸੀਂ ਕੋਈ ਐਗਜ਼ਾਮਪਲ ਪੜ੍ਹਦੇ ਹੋ ਤਾਂ ਨੋਟ ਕਰਿਆ ਕਰੋ ਵੀ ਅਸੀਂ ਕਿਹੜੇ ਟੈਂਸ ਵਿੱਚ ਪੜ੍ਹ ਰਹੇ ਹਾਂ। ਓਕੇ, ਆਪਾਂ ਨੂੰ ਟੈਂਸ ਪਰਮਨੈਂਟਲੀ ਫਿਕਸ ਹੋ ਜਾਣਗੇ। ਸੋ ਆਪਾਂ ਨੈਕਸਟ ਕਰਦੇ ਹਾਂ ਐਂਡ। ਸਬਜੈਕਟਿਵ
पहला सब्जेक्टिव यूज, फिर वर्बल, फिर ऑब्जेक्टिव। ਜਿਹੜਾ ਐਂਡ ਵਰਡ ਹੈ ਆਪਾਂ ਨੂੰ ਵੀ ਪਤਾ ਕਿ ਦੋ ਚੀਜ਼ਾਂ ਨੂੰ ਜੋੜਨ ਲਈ ਯੂਜ਼ ਹੁੰਦਾ ਹੈ, ਠੀਕ ਹੈ। ਪਹਿਲਾਂ ਆਪਾਂ ਦੋ ਸਬਜੈਕਟ ਜੋੜਾਂਗੇ ਇਹਦੇ ਨਾਲ। ਐਗਜ਼ਾਮਪਲ ਗਵਰਨਮੈਂਟ ਐਂਡ ਪੀਪਲ, ਮੈਂ ਸ਼ਾਰਟ ਫਾਰਮ ਲਿਖ ਰਿਹਾ, ਗਵਰਨਮੈਂਟ ਐਂਡ ਪੀਪਲ should take steps, should take steps to improve their condition। ओके, ਇੱਥੇ ਆਪਾਂ ਕਿਹਨੂੰ ਜੋੜਿਆ ਹੈਗਾ? ਦੋ ਸਬਜੈਕਟ ਨੂੰ, ਗਵਰਨਮੈਂਟ ਐਂਡ ਪੀਪਲ। ਸਰਕਾਰ ਤੇ ਲੋਕ ਦੋਵਾਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਸਟੈਪ ਲੈਣਾ ਚਾਹੀਦਾ ਹੈਗਾ ਖੁਦ ਦੀ ਆਪਣੀ ਕੰਡੀਸ਼ਨਸ ਨੂੰ ਇੰਪਰੂਵ ਕਰਨ ਦੇ ਲਈ। ओके, एंड ਦਾ ਸਬਜੈਕਟਿਵ मीनिंग आ गया? यस। हाँ जी, ਆਪਾਂ ਇੱਥੇ should take means ਐਡਵਾਈਸ ਦਿੰਦੇ ਨੇ ਚਾਹੀਦਾ। सेकंड वर्बल, एक मिनट रोक के कराਉਣਾ, पहला ऑब्जेक्टिव कराऊंगा कि राम सजेस्टेड मी, मैं एग्जांपल थोड़ी ये कर रहे हैं, ठीक है, एडवांस। राम सजेस्टेड मी टू चूज elective English and political science। ਹੁਣ ਇੱਥੇ ਆਪਣੇ ਸਟਾਰਟਿੰਗ ਤੇ ਕੁਝ ਨਹੀਂ ਸੀਗਾ, ਬਸ ਐਂਡ ਤੇ ਆ ਦੋ ਚੀਜ਼ਾਂ ਜਿਹੜੀਆਂ ਆਪਾਂ ਜੋੜਤੀਆਂ। ਇੱਥੇ ਆਪਣਾ ਕੀ ਬਣ ਗਿਆ? ऑब्जेक्टिव, मतलब कि लास्ट ਤੇ ਆ ਕੇ ਐਂਡ ਨੇ ਆਪਣਾ ਵਰਕ ਕਰਤਾ, ਦੋ ਚੀਜ਼ਾਂ ਨੂੰ ਜੋੜਤਾ। ਹੁਣ ਜਿਹੜਾ ਇਹਦਾ ਵਰਬਲ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆਪਾਂ ਹੁਣ ਪੂਰੇ ਦੇ ਪੂਰੇ ਸੈਂਟੈਂਸ ਨੂੰ ਜੋੜਾਂਗੇ। ਧਿਆਨ ਨਾਲ ਦੇਖਿਓ ਆਹ ਵਾਲਾ ਮੀਨਿੰਗ। ਹੁਣ ਇੱਥੇ ਕੀ ਹੋਗਾ ਕਿ ਤੁਹਾਡੀ ਇੱਕ ਲਾਈਨ ਪਹਿਲਾਂ ਪੂਰੀ ਹੋ ਜਾਏਗੀ, ਠੀਕ ਹੈ, ਫਿਰ ਐਂਡ ਲਗਾ ਕੇ ਆਪਾਂ ਵਰਬਲ ਤੇ ਆਬਜੈਕਟਿਵ ਫਾਰਮ ਲਗਾਵਾਂਗੇ। ਧਿਆਨ ਨਾਲ ਦੇਖਿਓ ਕਿ गवर्नमेंट makes rules, अपना लाइन सेंटेंस पूरा हो गया ना। गवर्नमेंट makes rules and apply them। ਹੁਣ ਇੱਥੇ ਆਪਾਂ ਦੋ वर्ब बनाई है, दोनों वर्ब ਦੇ ਵੱਖੋ ਵੱਖਰੇ ਆਬਜੈਕਟ ਹੈ। ਪਹਿਲਾਂ ਇੱਕ ਲਾਈਨ ਲਿਖ ਲਈ ਤੇ ਫਿਰ ਆਪਾਂ ਉਹਨੂੰ ਐਂਡ ਲਗਾ ਕੇ ਅੱਗੇ ਰੀਡ ਕਰਦਾ। ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ। ਵੀ ਸਰਕਾਰ ਨਿਯਮ ਬਣਾਉਂਦੀ ਹੈ, ਜਿਹੜਾ ਤੁਸੀਂ ਐਂਡ ਵਰਡ ਯੂਜ਼ ਕੀਤਾ ਹੈਗਾ, ਐਂਡ ਵਰਡ ਗਵਰਨਮੈਂਟ ਦਾ ਹੀ ਕੰਮ ਕਰ ਰਿਹਾ। ਗਵਰਨਮੈਂਟ ਮੇਕਸ ਰੂਲਸ, ਗਵਰਨਮੈਂਟ ਅਪਲਾਈਜ਼ them, ਠੀਕ ਹੈ। ਜਿਹੜਾ ਐਂਡ ਵਰਡ ਹੋਊਗਾ ਆਪਣੇ ਸਬਜੈਕਟ ਦਾ ਹੀ ਕੰਮ ਕਰੂਗਾ। ਦੇਖੋ ਇੱਕ ਐਗਜ਼ਾਮਪਲ ਹੋਰ ਦੇਖੋ, राहुल will bring some fruits from the market। राहुल कुछ फ्रूट्स लेके आऊगा and distribute among the poor। ਰਾਹੁਲ ਬਾਜ਼ਾਰ ਵਿੱਚੋਂ ਕੁਝ ਫਰੂਟਸ ਲੈ ਕੇ ਆਊਗਾ, ਐਂਡ ਦਾ मीनिंग ਹੁਣ ਕੀ ਆ ਗਿਆ? ਰਾਹੁਲ ਵਿਲ। ਆਪਾਂ ਨੂੰ ਰਾਹੁਲ ਵਿਲ ਦੁਬਾਰਾ ਲਿਖਣ ਦੀ ਲੋੜ ਨਹੀਂਗੀ, ਕੱਲਾ ਐਂਡ ਨੇ ਕਵਰ ਕਰਤਾ। ਕੱਲੀ ਵਰਬ ਤੋਂ ਸਟਾਰਟ ਕਰਾਂਗੇ ਆਪਾਂ। ਜਿਹੜੀ ਦੂਸਰੀ ਗੱਲ ਕਹਿਣੀ ਹੈ ਉਹਨੂੰ ਵਰਬ ਤੋਂ ਹੀ ਸਟਾਰਟ ਕਰਾਂਗੇ। ਰਾਹੁਲ ਵਿਲ ਬ੍ਰਿੰਗ ਸਮ ਫਰੂਟਸ ਫਰਮ ਦਾ ਮਾਰਕੀਟ ਐਂਡ ਡਿਸਟ੍ਰੀਬਿਊਟ ਅਮੰਗ ਦਾ ਪੂਅਰ। ਓਕੇ, ਇਹ ਤੁਹਾਡਾ ਵਰਬਲ ਯੂਸੇਜ ਆ ਗਿਆ। ਕਲੀਅਰ। ਹੁਣ ਅੱਗੇ ਜਿਹੜੀ ਆਪਾਂ ਚੀਜ਼ ਕਰਨੀ ਹੈ
ਉਹਦੇ ਵਿੱਚ ਕੀ ਕਰਨਾ ਹੈ ਕਿ ਆਪਾਂ ਨਾ ਸਬਜੈਕਟ ਵੀ ਦੋ ਦੇਵਾਂਗੇ, ਮਤਲਬ ਕਿ ਪੂਰੇ ਦੇ ਪੂਰੇ ਦੋ ਸੈਂਟੈਂਸ ਲਿਖਾਂਗੇ ਤੇ ਤੁਹਾਡੀ ਕਨਫਿਊਜ਼ਨ ਕਲੀਅਰ ਹੋਗੀ ਵੀ ਐਂਡ ਵਾਲੇ ਸੈਂਟੈਂਸ ਵਿੱਚ ਕੋਮਾ ਕਿੱਥੇ ਲੱਗਦਾ ਹੈਗਾ। ਫੋਰ ਐਗਜ਼ਾਮਪਲ ਹੁਣ ਆਪਣੇ ਸਬਜੈਕਟ ਅਲੱਗ-ਅਲੱਗ ਹੋਣਗੇ, ਜਿਵੇਂ ਕਿ my father was helping a rickshaw puller my father was helping a poor man। ਇੱਥੇ ਆਪਾਂ ਇੱਕ ਸੈਂਟੈਂਸ ਲਿਖਤਾ, ਫਿਰ ਆਪਾਂ ਕੌਮਾ ਲਗਾਵਾਂਗੇ, ਐਂਡ ਲਗਾਵਾਂਗੇ। ਐਂਡ ਆਪਾਂ ਤਾਂ ਲਗਾਵਾਂਗੇ ਕਿਉਂਕਿ ਆਪਣੇ ਕੋਲ ਹੁਣ ਨਵਾਂ ਸਬਜੈਕਟ ਆਊਗਾ। ਇੱਥੇ ਸਬਜੈਕਟ ਸੇਮ ਸੀਗਾ ਆਪਣਾ ਰਾਹੁਲ ਹੀ ਸੀਗਾ, ਇੱਥੇ ਸਬਜੈਕਟ ਗਵਰਨਮੈਂਟ ਹੀ ਸੀਗਾ, ਪਰ ਹੁਣ ਸਬਜੈਕਟ ਜਿਹੜਾ ਆਪਣੇ ਕੋਲੇ ਅਲੱਗ ਆਊਗਾ। ਐਂਡ ਮਾਈ ਫਾਦਰ ਵਾਸ ਹੈਲਪਿੰਗ ਅ ਪੂਅਰ ਐਂਡ ਮਾਈ ਬ੍ਰਦਰ ਵਾਸ ਲੁਕਿੰਗ ਐਟ him। ਇੱਥੇ ਜਦੋਂ ਤੁਹਾਡੇ ਕੋਲ ਸਬਜੈਕਟ ਨੂੰ ਅਲੱਗ ਹੋਗੇ ਤਾਂ ਤੁਸੀਂ ਐਂਡ ਤੋਂ ਪਹਿਲਾਂ ਕੋਮਾ ਲਗਾਓਗੇ ਕਿਉਂਕਿ ਐਂਡ ਤੋਂ ਬਾਅਦ ਤੁਹਾਡੇ ਕੋਲ ਨਿਊ ਸਬਜੈਕਟ ਆ ਰਿਹਾ ਹੈ। ਸੋ ਦਿਸ ਇਜ਼ ਦਾ ਯੂਸੇਜ ਆਫ ਐਂਡ। ਸਬਜੈਕਟਿਵ, ਆਬਜੈਕਟਿਵ, ਵਰਬਲ ਤੇ ਸੈਂਟੈਂਸਿਵ, ਪੂਰੇ ਦਾ ਪੂਰਾ ਸੈਂਟੈਂਸ ਨੂੰ ਦੋਵਾਂ ਨੂੰ ਕੰਬਾਈਨ ਕਰਨਾ ਤੇ ਕਿਹੜੇ ਵੇ ਨਾਲ ਆਪਾਂ ਨੂੰ ਯੂਜ਼ ਕਰਨਾ। ਇਜ਼ ਇਟ ਕਲੀਅਰ? ਓਕੇ, ਨੋਰ ਦਾ ਯੂਸੇਜ ਥੋੜਾ ਜਿਹਾ ਧਿਆਨ ਨਾਲ ਕਰਾਂਗੇ ਕਿਉਂਕਿ ਇਹਦੇ ਵਿੱਚ ਇੱਕ ਹਲਕਾ ਜਿਹਾ ਰੂਲ ਚੇਂਜ ਹੈ ਬਾਕੀ ਸੈਂਟੈਂਸਸ ਨਾਲ। ਠੀਕ ਹੈ, ਨੋਰ ਕੀ ਕਰਦਾ ਹੈ? ਨੋਰ ਦੋ ਨੈਗੇਟਿਵ ਸੈਂਟੈਂਸਸ ਨੂੰ ਜੋੜਦਾ ਹੈ। ਨੋਰ ਦਾ ਕੀ ਕੰਮ ਹੈ? ਦੋ ਨੈਗੇਟਿਵ ਸੈਂਟੈਂਸਸ ਨੂੰ ਜੋੜਦਾ ਹੈ। ਓਕੇ, ਕਿਵੇਂ? ਜਿਵੇਂ ਕਿ ਆਪਣੇ ਕੋਲੇ ਦੋ ਸੈਂਟੈਂਸ ਹੈ, I will not check your notebook, I will not check your notebook। दूसरा नेगेटिव सेंटेंस है, I will not guide you for future। सिंपल जी गल है। ठीक है, ਹੁਣ ਪਹਿਲਾ ਸੈਂਟੈਂਸ ਤਾਂ ਆਪਾਂ ਉਵੇਂ ਲਿਖ ਲੈਣਾ, I will not check your notebook ਆਪਣੇ ਕੋਲ ਆਲਰੇਡੀ ਲਿਖਿਆ ਹੋਇਆ। ਠੀਕ ਹੈ, I will not check your notebook, ਇਸੇ ਨੂੰ ਮੈਂ ਕਨਵਰਟ ਕਰ ਦੂੰ ਕੋਮਾ, nor no ਹੁਣ ਆਪਣੇ ਕੋਲੇ I will ਆ ਨਾ, ਸੈਂਟੈਂਸ ਪੂਰਾ ਲਿਖਾਂਗੇ, nor will I guide you for future। I think I should erase it, guide you for future। ਇਹਦੇ ਵਿੱਚ ਇਹੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਸੈਂਟੈਂਸ ਪਹਿਲਾ ਹੈ ਉਹ ਤਾਂ ਉਹਦੇ ਵਿੱਚ ਨੋਟ ਵੀ ਲੱਗਿਆ ਰਹੇਗਾ, ਜਿਹੜਾ ਦੂਜਾ ਸੈਂਟੈਂਸ ਹੈ ਨੋਰ ਲਾ ਕੇ ਲਿਖੋਗੇ ਉਹ ਚ ਨੋਟ ਦਾ ਕੱਟਿਆ ਜਾਊਗਾ ਕਿਉਂਕਿ ਨੋਰ ਨੇ ਜਗ੍ਹਾ ਲੈ ਲਈ ਉਹਦੀ, ਤੇ ਜਿਹੜੀ ਹੈਲਪਿੰਗ ਵਰਬ ਹੈ ਉਹ ਸਬਜੈਕਟ ਤੋਂ ਪਹਿਲਾਂ ਆ ਜਾਏਗੀ। ਜਿੱਥੇ ਨੋਰ ਆਈ ਵਿਲ ਸੀਗਾ ਕਰਨਾ ਆਪਾਂ, ਉੱਥੇ ਨੋਰ ਵਿਲ ਹੀ ਕਰਾਂਗੇ। ਇੱਕ ਐਗਜ਼ਾਮਪਲ ਹੋਰ ਕਰ ਲਓ, ਇਹਦਾ ਯੂਸੇਜ ਕਲੀਅਰ ਹੋ ਜਾਊਗਾ ਤੁਹਾਡਾ। ਮੈਂ ਐਗਜ਼ਾਮਪਲ ਥੋੜੀ ਛੋਟੀ ਰੱਖਦਾ। ਠੀਕ ਹੈ, ਇੱਥੇ ਮੀਨਸ I don't like mangoes, I don't like mangoes। ਦੂਜੇ ਵਿੱਚ ਕਹਿੰਦੇ ਆਪਾਂ I don't like grapes। ਸਿੰਪਲ। I ਐਗਜ਼ਾਮ ਕੀ ਬਣਾਵਾਂਗੇ ਆਪਾਂ, I don't like mangoes, I don't like mangoes, nor sorry nor do I, क्योंकि नॉट तक कटे जाएगा, nor do I like grapes। क्लियर? सुखजिंदर क्लियर हो गया कि हेल्पिंग वर्ब ਨੂੰ सब्जेक्ट ਤੋਂ ਪਹਿਲਾਂ ਲੈ ਕੇ ਆਉਣਾ। दैट्स इट। ओके, नेक्स्ट सेंटेंस आ गया अपने कोले बट। हाँ जी, ਜਿਹੜਾ बट आएगा, but is for showing opposite trend। ठीक है, but opposite trend show ਕਰਨ ਲਈ ਯੂਜ਼ ਹੁੰਦਾ ਹੈਗਾ। but ਦੇ ਨਾਲ ਕੀ ਹੈ ਕਿ ਆਪਾਂ ਇੱਕ ਗੱਲ ਕਰਾਂਗੇ, ਜਦੋਂ ਆਪਾਂ ਜਿਹੜੀ ਦੂਜੀ ਗੱਲ ਕਹਿਣੀ ਹੈ but ਲਗਾ ਕੇ ਉਹ opposite ਹੋਊਗੀ।
सिंपल एग्जांपल, he is intelligent, he is very intelligent, he is very intelligent, but he cannot get good score. very, but he cannot get good score। intelligent ਤਾਂ ਬਹੁਤ ਆ ਬਟ ਉਹ ਸਕੋਰ ਨਹੀਂ ਵਧੀਆ ਲੈ ਸਕਦਾ। ਠੀਕ ਹੈ, ਦੋ ਚੀਜ਼ਾਂ ਜਿਹੜੀਆਂ ਕਿ ਇੱਕ ਦੂਸਰੇ ਦੇ ਆਪੋਜ਼ਿਟ ਹੋਣ। ਓਕੇ, ਫਿਰ ਐਗਜ਼ਾਮਪਲ ਇੱਕ ਹੋਰ ਦੇਖ ਲਓ। ਮੈਨੂੰ ਰਾਹੁਲ ਨਾਮ ਕਿਉਂ ਯਾਦ ਆਉਂਦਾ ਹੈ? ਓਕੇ, Sonia is speaking very fast, but I can understand her words properly। ओके, और ऐसे सोनिया बहुत तेज बोल रही है। दिस इज काइंड ऑफ नेगेटिविटी वी आर शोइंग कि वो बहुत तेज बोल रही है। देन वी आर शोइंग द पॉजिटिविटी दैट आई कैन अंडरस्टैंड हर वर्ड्स प्रॉपर्ली और क्लियरली। ओके, सो द एग्जांपल्स ऑफ but are clear। Yes, the next sir. word is or। Or. okay, Yes. और ਦੇ ਦੋ मीनिंग अपने ਕੋਲੇ। पहला मीनिंग है दा जा, दूसरे दा मीनिंग है नहीं था। की मीनिंग है नहीं था। नहीं था। ओके, देखो दोनों के एग्जांपल देखो। Karam will eat pizza और बर्गर। ओके, जहां पिज्जा खाओगी जहां बर्गर खाओगी। ओके, सिंपल एग्जांपल ਇਹਦਾ और ਦਾ मीनिंग ਕੀ ਹੈ? ਜਾਂ ਆਪਾਂ ਵੱਡੀ ਲਾਈਨ 'ਚ ਵੀ ਕਹਿ ਸਕਦੇ ਹਾਂ you can take it seriously, you can take it seriously or ignore it। ਤੁਸੀਂ ਇਹਨੂੰ ਸੀਰੀਅਸਲੀ ਵੀ ਲੈ ਸਕਦੇ ਹੋ ਜਾਂ ਇਗਨੋਰ ਵੀ ਕਰ ਸਕਦੇ ਹੋ। ਕਲੀਅਰ? ਯੂ ਕੈਨ ਟੇਕ ਇਟ ਸੀਰੀਅਸਲੀ অর ਇਗਨੋਰ ਇਟ। ਹੁਣ ਜਿਹੜਾ ਔਰ ਦਾ ਦੂਸਰਾ ਮੀਨਿੰਗ ਹੈ, ਇਹ ਮੀਨਿੰਗ ਕਹਦਾ ਸੀ ਜਾਂ ਵਾਲਾ। ਹੁਣ ਜਿਹੜਾ ਮੀਨਿੰਗ ਆਊਗਾ ਨਹੀਂ ਤਾਂ। ਨਹੀਂ ਤਾਂ ਵਿੱਚ ਕਿਵੇਂ ਨੂੰ ਆਪਾਂ ਕਰਾਂਗੇ? ਆਪਾਂ ਪਹਿਲਾਂ ਇੱਕ ਐਡਵਾਈਸ ਦੇਵਾਂਗੇ। ਆਪਾਂ ਇੱਕ ਸਿੰਪਲ ਐਡਵਾਈਸ ਦੇਵਾਂਗੇ। ਐਡਵਾਈਸ ਕਾਹਦੇ ਨਾਲ ਦੇਣੇ ਨੇ ਆਪਾਂ? ਸ਼ੁੱਡ ਦੀ ਹੈਲਪ ਨਾਲ। ਸ਼ੁੱਡ ਨਾਲ ਵੀ ਦੇ ਸਕਦੇ ਆ, ਸਿੱਧੀ ਵੀ ਐਡਵਾਈਸ ਦੇ ਸਕਦੇ ਆ, ਕਿਸੇ ਨੂੰ ਆਰਡਰ ਵੀ ਦੇ ਸਕਦੇ ਆ। ਤੇ ਜੇਕਰ ਉਹ ਬੰਦਾ ਉਹ ਐਡਵਾਈਸ ਫੋਲੋ ਨਹੀਂ ਕਰਦਾ ਤੇ ਉਹਦਾ ਰਿਜ਼ਲਟ ਦੇਣਾ ਆਪਾਂ, ਐਡਵਾਈਸ ਪਲੱਸ ਰਿਜ਼ਲਟ। ਠੀਕ ਹੈ, ਇਹਦੇ ਦੋ ਹੀ ਚੀਜ਼ਾਂ ਆਉਣਗੀਆਂ। फॉर एग्जांपल मैं तुम्हें एक चीज दसा कि यू शुड वॉक फास्ट, यू शुड वॉक फास्ट, ਤੁਹਾਨੂੰ ਤੇਜ਼ ਤੁਰਨਾ ਚਾਹੀਦਾ ਹੈ। और you will miss the train, सिंपल एग्जांपल एडवाइस प्लस रिजल्ट। एडवाइस ना फॉलो करना रिजल्ट। ओके, एडवाइस ना फॉलो करना रिजल्ट। जिਵੇਂ ਕਿ ਮੈਂ ਕਹੂੰਗਾ ਇੱਥੇ ਆਪਾਂ ਸ਼ੁੱਡ ਲਾਉਣ ਦੀ ਬਜਾਏ ਸਿੱਧਾ ਵੀ ਲਿਖ ਸਕਦੇ ਆ वर्क हार्ड, मेहनत करो और you will fail in the exam। नहीं तो पेपर आज फेल हो जाओगे। क्लियर? और you will not pass or you will not get successful life। ओके, ਹੁਣ ਜਿਹੜਾ ਆਹ ਵਾਲਾ और ਹੈ ਜਿਹਦਾ मीनिंग ਨਹੀਂ ਤਾਂ ਉਹਨੂੰ ਆਪਾਂ ਅਦਰਵਾਈਜ਼ ਵੀ ਕਹਿ ਸਕਦੇ ਹਾਂ। ਜਿਹੜਾ ਨਹੀਂ ਤਾਂ ਵਾਲਾ मीनिंग ਹੈ ਨਾ ਇਹਦਾ और ਦਾ, ਉਹਨੂੰ ਆਪਾਂ ਅਦਰਵਾਈਜ਼ ਵੀ ਕਹਿ ਸਕਦੇ ਹਾਂ। You should walk fast otherwise you will miss the train।
work hard otherwise you will fail in the Exam. so ਉਹ ਤੇ ਇੱਕ ਹੋਰ ਮੀਨਿੰਗ ਆ ਗਿਆ otherwise ਕਲੀਅਰ ਹੈ ਸਟੂਡੈਂਟਸ ਇੱਥੇ ਤੱਕ ਯਟ ਦਾ ਮੀਨਿੰਗ ਹੁੰਦਾ ਫੇਰ ਵੀ ਤੇ ਐਗਜ਼ੈਕਟਲੀ ਉਹਦੇ ਨਾਲ ਮੈਚ ਕਰਦਾ ਹੈ ਬਟ ਨਾਲ ਯਟ ਦਾ ਮੀਨਿੰਗ ਹੁੰਦਾ ਫੇਰ ਵੀ ਪਰ ਐਗਜ਼ੈਕਟਲੀ ਬਟ ਨਾਲ ਮੈਚ ਕਰਦਾ ਹੈ ਫਰਕ ਕੀ ਇਹਨਾਂ ਦੋਵਾਂ ਦੇ ਵਿੱਚ ਜਿਹੜਾ ਯਟ ਹੈ ਥੋੜਾ ਜਿਹਾ ਇਨਫਾਰਮਲ ਹੈ मतलब कि जुबानी भाषा में यूज होता है बट ਜਿਹੜਾ ਇਹ ਫਾਰਮਲ ਵੀ ਹੈ ਓਕੇ ਮਤਲਬ ਕਿ ਆਪਾਂ ਰਾਈਟਿੰਗ ਚ ਯੂਜ਼ ਕਰ ਸਕਦੇ ਆ ਬਟ ਰਾਈਟਿੰਗ ਦੇ ਵਿੱਚ ਆਪਾਂ ਯਟ ਨਹੀਂ ਯੂਜ਼ ਕਰਾਂਗੇ ਕਿਉਂਕਿ ਇਹ ਫਾਰਮਲ ਨਹੀਂ ਹੈਗਾ ਜਦੋਂ ਕੋਰੈਕਟਿਵ ਕੰਜੰਕਸ਼ਨ ਕਰਾਂਗੇ ਉਦੋਂ ਇਹਦਾ ਯੂਸੇਜ ਫੇਰ ਸਾਹਮਣੇ ਆਊਗਾ ਆਪਾਂ ਹੁਣ ਵੀ ਕਰ ਲੈਂਦੇ ਆ ਜਿਵੇਂ ਕਿ ਜਿਵੇਂ ਬਟ ਵਾਲੀ ਐਗਜ਼ਾਮਪਲ ਹੈ he worked hard for his success yet his luck was not in his favor ਉਹਨੇ ਆਪਣੀ ਕਾਮਯਾਬੀ ਲਈ ਬਹੁਤ ਮਿਹਨਤ ਕੀਤੀ ਪਰ ਫਿਰ ਵੀ ਉਹਦੀ ਕਿਸਮਤ yet his luck was not in his favor yet he was not lucky ਕੁਝ ਵੀ ਕਹ ਲੋ ਨਾ ਵੀ ਉਹਦੀ ਕਿਸਮਤ ਉਹਦੇ ਹੱਥ ਵਿੱਚ ਨਹੀਂ ਸੀ ਜਾਂ ਉਹਦੇ ਪੱਖ ਵਿੱਚ ਨਹੀਂ ਸੀ ਠੀਕ ਹੈ yet ਦਾ ਉਹੀ ਮੀਨਿੰਗ ਹੈ ਇੱਥੇ ਤੁਸੀਂ ਬਟ ਵੀ ਲਗਾ ਦੋਗੇ ਕੋਈ ਬਾਹਲਾ ਫਰਕ ਨਹੀਂ ਪੈਣਾਗਾ ਬਟ ਜਿਹੜਾ ਮੈਂ ਇੱਕ ਮੇਨਲੀ ਤੁਹਾਨੂੰ ਸਮਝਾਇਆ ਕਿ ਫਾਰਮਲ ਤੇ ਇਨਫਾਰਮਲ ਦਾ ਕਨਸੈਪਟ ਉਹ yet ਦੇ ਬਟ ਨੂੰ ਲੈ ਕੇ ਹੁੰਦਾ ਜਿਵੇਂ ਕਿ ਇਹਨੂੰ ਆਪਾਂ ਕਹਿ ਦਿੰਦੇ ਹਾਂ ਕੱਲਾ ਪਰ ਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ yet ਨੂੰ ਪਰ ਫੇਰ ਵੀ ਠੀਕ ਹੈ ਇਹਦਾ ਪੰਜਾਬੀ ਦੇ ਵਿੱਚ ਮੀਨਿੰਗ ਆ ਜਾਏਗਾ ओके नेक्स्ट रह गया सो सारे ने याद आपको फॉर दी एग्जांपल कीती सी फॉर दी एग्जांपल कीती सी ना ਉਹਦੇ ਵਿੱਚ ਕੀ ਕੀਤਾ ਸੀ ਆਪਾਂ ਰਿਜ਼ਲਟ ਪਲੱਸ ਰੀਜ਼ਨ ਕੀਤਾ ਸੀ ਕਿ ਪਹਿਲਾ ਲਾਈਨ ਰਿਜ਼ਲਟ ਵਾਲੀ ਆਊਗੀ ਫਿਰ ਆਪਾਂ ਦਾ ਰੀਜ਼ਨ ਦੇਵਾਂਗੇ ਇਹਦੇ ਵਿੱਚ ਆਪੋਜ਼ਿਟ ਹੈ ਸੋ ਤੇ ਬਿਕੋਜ਼ ਆਪਸ ਵਿੱਚੋਂ ਆਪੋਜ਼ਿਟ ਹੁੰਦੇ ਆ ਇਹਦੇ ਵਿੱਚ ਆਪਾਂ ਰੀਜ਼ਨ ਪਲੱਸ ਰਿਜ਼ਲਟ ਦੇਵਾਂਗੇ ਰੀਜ਼ਨ ਪਲੱਸ ਰਿਜ਼ਲਟ ਓਕੇ ਜਿਵੇਂ ਕਿ ਪਹਿਲਾਂ ਆਪਾਂ ਕਿਸੇ ਗੱਲ ਦਾ ਰੀਜ਼ਨ ਦੇ ਦਾਂਗੇ ਆਈ ਵਾਂਟ ਟੂ ਗੋ ਅਬਰੋਡ ਇਹ ਆਪਣਾ ਰੀਜ਼ਨ ਆ ਗਿਆ I want to go abroad, so I am learning English. English सीखने का रीजन ਤੁਹਾਡਾ ਪਹਿਲਾ ਦਿੱਤਾ ਹੈ I want to go abroad, so I am learning English. Simple example, थोड़ी सी एडवांस देख लो. My mother is very fond of birds, so I bought her 2 sparrows. ठीक है ਇੱਥੇ ਤੁਸੀਂ ਰੀਜ਼ਨ ਦੇਤਾ ਕਿ ਮੇਰੇ ਮਮ ਬਰਡਸ ਦੇ ਬਹੁਤ ਸ਼ੌਕੀਨ ਨੇ fond of birds, so I bought her 2 sparrows. मैं उन्हें 2 sparrows खरीद के देती okay so students ਜਿਹੜੀ ਆਪਣੀ ਅੱਜ ਦੀ ਕਲਾਸ ਹੈ ਆਪਾਂ ਅੱਜ ਕੰਜੰਕਸ਼ਨ ਦੀ ਸਟਾਰਟਿੰਗ ਕੀਤੀ ਹੈ ਹਲੇ ਬਹੁਤ ਸਾਰੇ ਕੰਜੰਕਸ਼ਨ ਹੈ ਬਹੁਤ ਜ਼ਿਆਦਾ ਇਹਨਾਂ ਦੀ ਵੈਰਾਈਟੀ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਲਗਭਗ ਸਾਰੇ ਕਵਰ ਕਰੀਏ ਪਰ ਫਿਰ ਵੀ ਆਪਾਂ ਜਿੰਨਾ ਕਿ ਇੱਕ ਵੀਡੀਓ ਦੇ ਵਿੱਚ ਕੰਟੈਂਟ ਆਪਾਂ ਨੂੰ ਅਵੇਲੇਬਲ ਹੋ ਸਕਦਾ ਹੈ ਆਪਾਂ ਉਹਨਾਂ ਕੁ ਕਰਕੇ ਦੇਵਾਂਗੇ ਤੇ ਕੱਲ ਨੂੰ ਆਪਣਾ ਜਿਹੜਾ ਸਬਜੈਕਟ ਹੋਊਗਾ that would be of correlative conjunction ਜਿਹੜੇ ਕਿ ਜੋੜੀਆਂ ਵਿੱਚ ਹੁੰਦੇ ਆ ਵੀਡੀਓ ਮਿਸ ਨਾ ਕਰਿਓ ਤੇ ਸਾਰੀਆਂ ਵੀਡੀਓਜ਼ ਨੂੰ ਐਂਡ ਤੱਕ ਦੇਖਿਓ ਰਿਪੀਟ ਕਰਕੇ ਦੇਖਿਓ ਜੇਕਰ ਪ੍ਰੋਪਰ ਵੇ ਨਾਲ ਲਰਨ ਕਰਨਾ ਚਾਹੁੰਦੇ ਹੋ ਜਦੋਂ ਵੀ ਵੀਡੀਓ ਦੇਖਦੇ ਹੋ ਨੋਟਬੁੱਕ ਕੋਲੇ ਲੈ ਕੇ ਬੈਠੋ ਉਹਦੇ ਨਾਲ ਤੁਹਾਨੂੰ ਪ੍ਰੋਪਰ ਵੇ ਨਾਲ ਲਰਨਿੰਗ ਹੋਏਗੀ ਐਂਡ ਆਪਣੇ ਐਗਜ਼ਾਮਪਲਸ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਤੁਹਾਡੀ ਕਰੈਕਸ਼ਨ ਮੈਂ ਉੱਥੇ ਹੀ ਕਰ ਦੂੰਗਾ ਹਾਂਜੀ ਥੈਂਕ ਯੂ ਵੈਰੀ ਮਚ